+2 क्लास ठीक है। उम्मीद है कि तुसी जो मैं तुहानू लाइव क्लास दे विच पढ़ाया सी वो थोड़ा मैं समराइज़ तुहानू कर दिता सी, देख लिया होएगा है ना। बाकी तुहाडी इच्छा कि तुसी वीडियो नू देखदे हो कि नहीं देखदे हो, लैक्चर तुसी लगांदे हो, मैनूं मतलब असीं देख अटेंडेंस लगांदे ही हाँ। ਉਹੀ ਬੱਚੇ ਆ ਜਿਹੜੇ ਥੋੜ੍ਹੇ ਜਿਹੇ ਡੇਲੀ ਮਤਲਬ ਕਲਾਸ ਲਗਾਉਂਦੇ ਆ। 28 29 ਹੀ ਹੁੰਦੇ ਹਾਰਡਲੀ, 55 ਦੀ ਸਟਰੈਂਥ ਹੈਗੀ ਆ ਮੈਡੀਕਲ ਦੇ ਵਿੱਚ ਹੈ ਨਾ। ਸੋ ਠੀਕ ਹੈ, ਸੋ ਇਹਨਾਂ ਬੱਚਿਆਂ ਦੀ ਮਰਜ਼ੀ ਹੈ। ਤੋ ਦਾ ਕਾਰਪਲ है ना, फीमेल गमीटोफाइट मैं ਤੁਹਾਡੇ ਲਈ ਇੱਕ ਵਾਰੀ ਫਿਰ ਤੋਂ ਦੁਬਾਰਾ ਲਿਖ ਦਿੱਤਾ। ਵੈਸੇ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਡੇ ਕੋਲੋਂ ਲਿਖਵਾਉਣਾ। ਦਾ ਕਾਰਪਲ ਮੈਗਾਸਪੋਰੋਫਿਲ, ਉਹਦੇ ਅੰਦਰ ਦਾ ਅਵਿਊਲ ਮੈਗਾਸੋਪੋਰੈਂਚੀਅਮ, ਉਹਦੇ ਅੰਦਰ ਐਂਬਰੀਓਸੈਕ ਜਾਂ ਫਿਰ ਫੀਮੇਲ ਗਮੀਟੋਫਾਈਟ ਹੈ ਨਾ। ਠੀਕ ਹੈ ਜੀ। ਅਵਿਊਲ ਦਾ ਸਟਰਕਚਰ ਫਿਰ ਆ ਗਿਆ ਸੀ ਤੁਹਾਡੇ ਕੋਲ, ਉਹਦੇ ਪਾਰਟਸ, ਅਵਿਊਲ ਦੀਆਂ ਟਾਈਪਸ। ਓਕੇ, ਫਿਰ ਤੁਹਾਡੇ ਕੋਲ ਆ ਗਈ ਮੈਗਾਸਪੋਰੋਜੈਨਸਿਸ ਜਾਂ ਫਿਰ ਜਿਹਨੂੰ ਅਸੀਂ ਕੀ ਕਹਾਂਗੇ ਡਿਵੈਲਪਮੈਂਟ ਆਫ ਫੀਮੇਲ ਗਮੀਟੋਫਾਈਟ है ना। सो मैगास्पोर तो मैगास्पोर मदर सैल तो मैगास्पोर की फॉर्मेशन होना उन्होंने असीं कहने मैगास्पोरोजेनेसिस है ना। सो कित्थे हुंदी है, अव्यूल के अंदर जिहड़ा न्यूसैलस सीगा। क्यों? क्योंकि कितों ना कितों तो शुरुआत होनी है। जिवें असीं दस्सिया सी स्टेमन दे विच, स्टेमन के 2 पार्ट ठीक है, एंथर तो फिलामेंट। एंथर के अंदर आर्कीस्पोरीयल सैल्स सीगे। इस तरीके दे नाल एक सिंगल सैल आर्कीस्पोरीयल जिहड़ा हैगा वो डिफरेंशिएट हो जाता ठीक है। सो इंटरनल जिहड़े सैल्स हैगे न्यूसैलस दे माइक्रोपाइलर एंड दे नेड़े ठीक है। सो न्यूसैलस दे जिहड़े सैल्स हैगे आ ठीक है, सो वो की बन जाते सिंगल आर्कीस्पोरीयल सैल बन जाते। जां तां आर्कीस्पोरीयल सैल ही डायरैक्टली फंक्शन करना शुरू कर दिंदा मैगास्पोर मदर सैल की तरह, जां फिर वो डिवाइड कर जाता है ना पैरीक्लाइनली। बाहर वाला पैरीईटल सैल ते अंदर वाला स्पोरोजीनस सैल। सो ये जो स्पोरोजीनस सैल है ये भी डायरैक्टली फंक्शन करना शुरू कर दिंदा किहदी तरह, मैगास्पोर मदर सैल की तरह। सो असी फीमेल पार्ट पढ़ रहे हैं फुੱਲ ਦੇ अंदर है ना। डिफरेंसिस तो थोड़े बहुते होणगे ही, बाकी पर उदा ही चलना स्टैप वाइज है ना। जिथे दा स्टेमन सी उत्थे दा कार्पल आ गया। ओके ठीक है। सो इस तरीके दे नाल असीं हुण ओवरी वाला हिस्सा करते पे हाँ। ओवरी दे अंदर अव्यूल, अव्यूल दे अंदर हुण असीं की बनाउण जा रहे हैं, मैगास्पोर है ना। मैगास्पोर जिहड़ा हैगा उहदे तो फिर बनना एंब्रीओसैक। आ मैं तुहानूं एक बारी डायग्राम फिर तो दोबारा दिखा दिंदी हाँ। आ वाली समझ गए ना गल नूं है ना। ये न्यूसैलस सीगा, ਇਹ ਅਵਿਊਲ ਸੀਗਾ, ਆ ਉਹਦੇ ਬਾਰ ਨਿਊਸੈਲਸ ਸੀਗਾ ਹੈ ਨਾ। ਠੀਕ ਹੈ। ਸੋ ਆ ਇੱਕ ਬਣ ਗਿਆ ਮੈਗਾਸਪੋਰ। ਡਿਪਲੋਇਡ ਸੀਗਾ, ਮਿਓਟਿਕ ਡਿਵੀਜ਼ਨ ਹੋਈ, 4 ਹੈਪਲੋਇਡ ਮੈਗਾਸਪੋਰ ਬਣ ਗਏ। ਉਹਨਾਂ ਵਿੱਚੋਂ 3 ਡੀ ਜਨਰੇਟ ਕਰ ਜਾਣਗੇ, ਇੱਕ ਹੀ ਫੰਕਸ਼ਨਲ ਮੈਗਾਸਪੋਰ ਰਹੇਗਾ। ਠੀਕ ਹੈ ਜੀ। ਜਿਹਦੇ ਤੋਂ ਕਿ ਫਿਰ ਮੈਂ ਤੁਹਾਨੂੰ ਦੱਸਿਆ ਫੀਮੇਲ ਗਮੀਟੋਫਾਈਟ ਦੀ ਡਿਵੈਲਪਮੈਂਟ ਹੋਈ ਹੈ। ਅੱਜ ਅਸੀਂ ਅਗਲਾ ਟੌਪਿਕ ਕਰਨਾ ਸਟਰਕਚਰ ਆਫ ਮੋਨੋਸਪੋਰਿਕ ਪੋਲੀਗੋਨਮ ਟਾਈਪ ਆਫ ਐਂਬਰੀਓਸੈਕ ਹੈ ਨਾ। ਮੋਨੋਸਪੋਰਿਕ ਕਿਉਂ ਹੈ ਦੱਸਿਆ ਸੀ ਤੁਹਾਨੂੰ, ਕਿਉਂਕਿ ਇੱਕ ਹੀ ਫੰਕਸ਼ਨਲ ਮੈਗਾਸਪੋਰ ਰਹਿ ਜਾਂਦਾ। 4 ਬਣੇ ਸੀ ਨਾ, ਪਰ ਉਹਨਾਂ ਵਿੱਚੋਂ ਦੀ ਇੱਕ ਹੀ ਫੰਕਸ਼ਨਲ ਮੈਗਾਸਪੋਰ ਰਹਿ ਜਾਂਦਾ, 3 ਡੀ ਜਨਰੇਟ ਕਰ ਜਾਂਦੇ ਆ। ਇਹਦੇ ਤੋਂ ਬਣਿਆ ਇਹ ਵਾਲਾ ਐਂਬਰੀਓਸੈਕ। ओके, ਇਹਦਾ ਸਟਰਕਚਰ ਅਸੀਂ ਅੱਜ ਪੜ੍ਹਨਾ। ਇਹ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ ਕਿ ਕਿੱਦਾਂ ਬਣਿਆ। ਫਿਰ ਤੋਂ ਦੁਬਾਰਾ ਮੈਂ ਤੁਹਾਨੂੰ ਇੱਕ ਵਾਰੀ ਉੱਦਾਂ ਆ ਟੈਬੂਲਰ ਫਾਰਮ ਦੇ ਵਿੱਚ ਫਿਰ ਦੱਸਣ ਲੱਗੀ ਹਾਂ। ਠੀਕ ਹੈ ਜੀ। ਉਹ ਜਿਹੜਾ ਮੈਗਾਸਪੋਰ ਮਦਰ ਸੈੱਲ ਸੀਗਾ ਨਾ, ਡਿਪਲੋਇਡ ਮੈਗਾਸਪੋਰ ਮਦਰ ਸੈੱਲ ਸਾਈਜ਼ ਦੇ ਵਿੱਚ ਵੱਡਾ ਹੋ ਗਿਆ ਮਿਓਸਿਸ ਦੇ ਨਾਲ। ਠੀਕ ਹੈ। ਉਹਨੇ 4 ਹੈਪਲੋਇਡ ਮੈਗਾਸਪੋਰਸ ਦਾ ਇੱਕ ਟੈਟਰਾਡ ਬਣਾ ਲਿਆ। ਮੈਗਾਸਪੋਰ ਜਿਹੜੇ ਸੀਗੇ ਠੀਕ ਹੈ ਚੈਲੇਜਲ ਐਂਡ ਵਾਲੇ ਪਾਸੇ ਨੂੰ ਹੈ ਨਾ। ਠੀਕ ਹੈ। ਸੋ ਉਹੀ ਫੰਕਸ਼ਨਲ ਰਹੇ, 4 ਵਿੱਚੋਂ ਇੱਕ ਮੈਗਾਸਪੋਰ ਹੀ ਫੰਕਸ਼ਨਲ ਰਿਹਾ ਹੈ ਨਾ। ਸੋ ਕੋਈ ਗੱਲ ਨਹੀਂ, ਤੁਸੀਂ ਇਹਨੂੰ ਇਹ ਹਜੇ ਤੱਕ ਨਾ ਸੋਚੋ ਕਿ ਚੈਲੇਜਲ ਐਂਡ ਕਿੱਧਰ ਨੂੰ ਹੈ ਅਤੇ ਮਾਈਕਰੋਪਾਈਲਰ ਐਂਡ ਕਿੱਧਰ ਨੂੰ ਹੈ। ਹੁਣ ਦੇਖੋ, ਜੇਕਰ ਤਾਂ ਅਵਿਊਲ ਥੱਲੇ ਨੂੰ ਝੁਕਿਆ ਹੋਇਆ ਤਾਂ ਮਾਈਕਰੋਪਾਈਲਰ ਐਂਡ ਥੱਲੇ ਨੂੰ ਹੈ ਅਤੇ ਚੈਲੇਜਲ ਐਂਡ ਜਿਹੜਾ ਹੈਗਾ ਉਹ ਉੱਪਰ ਨੂੰ ਹੈ ਨਾ। ਕੋਈ ਗੱਲ ਨਹੀਂ, ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ। ਇੱਕ ਮੈਗਾਸਪੋਰ ਸਿੱਧੀ ਜਿਹੀ ਗੱਲ ਹੈ 4 ਵਿੱਚੋਂ ਫੰਕਸ਼ਨਲ ਹੋ ਗਿਆ, ਸਾਈਜ਼ ਦੇ ਵਿੱਚ ਵੱਡਾ ਹੋ ਗਿਆ। ਉਹਦੇ ਅੰਦਰ 3 ਮਾਈਟੋਟਿਕ ਡਿਵੀਜ਼ਨਸ ਹੋਈਆਂ ਨਾ, 8 ਨਿਊਕਲੀਏਟ ਐਂਬਰੀਓਸੈਕ ਬਣਿਆ। ਤੁਹਾਨੂੰ ਦੱਸਾਂਗੀ ਅੱਜ ਜਦੋਂ ਮੈਂ ਤੁਹਾਨੂੰ ਸਟਰਕਚਰ ਪੜ੍ਹਾਉਣਾ ਨਾ ਇਹਦਾ। ਠੀਕ ਹੈ ਵੀ ਇਹ 8 ਨਿਊਕਲੀਏਟ ਕਿੱਦਾਂ ਹੈ। ਇਹ 7 ਸੈਲਡ 8 ਨਿਊਕਲੀਏਟ ਹੈ। ਦੱਸਾਂਗੀ 7 ਸੈੱਲ ਕਿੱਦਾਂ ਹੈ ਅਤੇ 8 ਨਿਊਕਲੀਆਈ ਕਿੱਦਾਂ ਹੈ। ਜੇਕਰ ਤੁਸੀਂ ਕਲਾਸ 'ਚ ਹੁੰਦੇ ਤਾਂ ਮੈਂ ਤੁਹਾਨੂੰ ਪੁੱਛਣਾ ਸੀਗਾ। ਓਕੇ ਚਲੋ ਠੀਕ ਹੈ ਜੀ। ਸੋ ਮੈਂ ਕੀ ਕਰਵਾਇਆ ਠੀਕ ਹੈ ਵੀ ਜਿਹੜਾ ਮੈਗਾਸਪੋਰ ਸੀਗਾ ਸਾਈਜ਼ ਦੇ ਵਿੱਚ ਇਨਲਾਰਜ ਕਰ ਗਿਆ, 3 ਮਾਈਟੋਟਿਕ ਡਿਵੀਜ਼ਨਸ ਹੋਈਆਂ, 8 ਨਿਊਕਲੀਏਟ ਵਾਲਾ ਐਂਬਰੀਓਸੈਕ ਉਹਨੇ ਬਣਾ ਦਿੱਤਾ ਹੈ ਨਾ। ਜਦੋਂ ਮੈਗਾਸਪੋਰ ਨਿਊਕਲੀਅਸ ਜਿਹੜਾ ਸੀਗਾ ਉਹਦੀ ਪਹਿਲੀ ਮਾਈਟੋਟਿਕ ਡਿਵੀਜ਼ਨ ਹੋਈ ਤਾਂ 2 ਨਿਊਕਲੀਆਈ ਬਣੇ। ਇਹਦੀ ਗੱਲ ਕਰ ਰਿਹਾ ਆ ਫੰਕਸ਼ਨਲ ਮੈਗਾਸਪੋਰ ਜਿਹੜਾ ਸੀਗਾ। ਹੁਣ ਮੈਂ ਕੀ ਕਿਹਾ, ਇਹਦੇ ਅੰਦਰ 3 ਮਾਈਟੋਟਿਕ ਡਿਵੀਜ਼ਨ ਹੋਣੀ ਹੈ ਅਤੇ 8 ਨਿਊਕਲੀਆਈ ਬਣਨੇ ਹੈ। ਠੀਕ ਹੈ ਨਾ। ਸੋ ਤਾਂ ਪਹਿਲੀ ਜਿਹੜੀ ਹੈਗੀ ਮਾਈਟੋਟਿਕ ਡਿਵੀਜ਼ਨ ਹੋਈ ਤਾਂ 2 ਨਿਊਕਲੀਆਈ ਬਣ ਗਏ, 1 ਤੋਂ 2 ਬਣ ਗਏ, ਦੋਨੋਂ ਕਿਨਾਰਿਆਂ 'ਤੇ ਚਲੇ ਗਏ। ਦੂਜੀ ਮਾਈਟੋਟਿਕ ਡਿਵੀਜ਼ਨ ਹੋਈ ਇਹਦੇ ਅੰਦਰ ਠੀਕ ਹੈ, 2 ਬਣ ਗਏ
चार बन गए, दो इधर ओके ठीक है। तीसरी माइटोटिक डिवीजन हुई ठीक है, तो किन्ने बन गए 8 चार इधर उन्होंने विचों 3 किनारियां ते रह गए, 2 सेंटर च आ गए, हो गए 8 न्यूक्लियाई, 3 6 ਤੇ 2 8 ओके ठीक है। सो इस तरीके ਦੇ ਨਾਲ भी मैं ਤੁਹਾਨੂੰ लिख के भी दिखा दिता ठीक है। मैगास्पोर का न्यूक्लीयस डिवाइड किया, पहली माइटोटिक डिवीजन हुई 1 दूजी हुई 2 तीसरी हुई 4 उन्होंने 4 विचों 3 किनारियां ते रह गए ओके जी, 2 सेंटर च आ गए। हुण मैं तुहानूं ये स्ट्रक्चर समझाउण लगी हाँ ठीक है। सो स्ट्रक्चर देखना हैगा तुसीं, मोनोस्पोरिक क्यों कहते हैं ठीक है जी, क्यों क्योंकि एक ही मैगास्पोर तो बनया ये वाला एंब्रीओसैक, एक मैगास्पोर तो बनया। पोलीगोनम टाइप क्यों हैगा ठीक है, क्योंकि ये इस किस्म के प्लांट इस एग्जाम्पल दे विच पोलीगोनम एग्जाम्पल दे विच इस प्लांट दे विच इस किस्म का एंब्रीओसैक जिहड़ा हैगा वो पाया जाता है। तुहानूं ये बोर्ड का क्वेश्चन भी है बहुत इंपोर्टेंट कि एक्सप्लेन करो द स्ट्रक्चर ऑफ 7 सैल्ड 8 न्यूक्लीएट एंब्रीओसैक। ये हुण मैं तुहानूं पहले इत्थे ही समझा देना चाहनी हाँ। देखो बच्चे ये 7 सैल किद्दां बने ठीक है जी, 3 ये एग अपरेटस दे 3 1 2 3 ओके, 3 एंटीपोडल दे 1 2 3 3 ते 3 6 ओके 6 सैल, एक आ पूरा वड्डा सेंट्रल सैल, इनू एक मनना है ओके। सो एंब्रीओसैक के अंदर सैल किन्ने हो गए 7, पर न्यूक्लियाई किन्ने हो गए 8, वो किद्दां 3 6 कोई गल नहीं, जेकर ये सैल है तो न्यूक्लियाई भी है हाँ ना, इन्होंने अंदर न्यूक्लियाई है ओके। 3 ते 3 6 ओके, तो 2 8 8 न्यूक्लियाई 7 सैल 8 न्यूक्लियाई ओके। सो एक फुली डिवेलप्ड टिपिकल पोलीगोनम टाइप जो एंब्रीओसैक है लार्ज है साइज़ दे विच, ओवल है शेप दे विच 7 सैल्स ये अंदर प्रेजेंट है, जिहदे च आ जाओ हुण तुसीं असीं डिटेल दे विच पढ़न लगे हाँ। नंबर 1 सिंगल एग, एग एक ही हुंदा है, ओवरऑल इहनूं एग अपरेटस कहंदे हुंदे आ ठीक है जी। आ सेंटर दे विच एक एग है, साइडां दे उत्ते 2 सिनर्जिड्स ओके, ये मिल के बनाते हैं एग अपरेटस ठीक है। सिनर्जिड्स बाद च पढ़ांदियां, सब तो पहला एग के उत्ते आ जाओ, इहनूं ओस्फीयर भी कहते हैं ओके जी। सो की है ये तुसीं बस थोड़ा जिहा यही दसना कि एग के केस दे विच की हैगा, जिन्नियां भी इहदा साइटोप्लाज्मिक हाँ हुण देखो हुण दिमाग दे विच रखना, ये ओव्यूल दा माइक्रोपाइलर एंड है, ये ओव्यूल दा चैलेजल एंड है ओके ठीक है। सो इहदे च जिहड़ियां साइटोप्लाज्मिक एलीमेंट्स हैगियां ने ना एग दियां, जिन्ना भी साइटोप्लाज्म है सारा कुछ है वो इधर वाले पासे नूं अरेंजड है, चैलेजल एंड वाले पासे नूं अरेंजड है, तो जिहड़ा इहदा बहुत सारे वैक्यूल्स वाला साइटोप्लाज्म हैगा वो माइक्रोपाइलर एंड वाले पासे नूं है। इन्नी क गल हैगी है। एग की वॉल जिहड़ी हैगी है, देखो जेकर ध्यान नाल देखिया जाए तो देखो एग की हजे वॉल कंप्लीट नहीं हैगी है ना, वो सिनर्जिड्स की वॉल नूं शेयर कर रहा है ना, ये अपनी पूरी वॉल नहीं हैगी एग की ठीक है ना, सिनर्जिड्स दे नाल शेयर करता पिया हैगा है ना। सो एग की वॉल जिहड़ी है कॉमन है सिनर्जिड्स दे नाल, फर्टिलाइजेशन तो बाद एग जिहड़ा हैगा अपनी वॉल डिवेलप कर लैंदा है ओके। दूसरी टाइप दे तुहाडे कोल सैल्स आ गए 2 सिनर्जिड्स, एग एक ही हुंदा है, सिनर्जिड्स किन्ने हुंदे आ 2 2 देखो लगता पिया ना जिवें तुहाडे वाल अखां कट के देख रहे हैं ओके। 2 सिनर्जिड्स, सिनर्जिड्स दे विच काले 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 थ्रैड लाइक स्ट्रक्चर की है, बहुत इंपॉर्टेंट है, फिलीफॉर्म अपरेटस, इनू की कहते हैं फिलीफॉर्म अपरेटस कहते हैं ओके जी। सिनर्जिड्स these are the elongated cells which bear filiform apparatus in the micropylar region ठीक है जी। सो सैल वाल इनकम्पलीट नैचुरली ये असी पिछे पढ़ के आए हैं कि एग शेयर करता सिनर्जिड्स दे नाल सैल वाल, इस करके इन्हां दी भी सैल वाल जिहड़ी हुंदी है इनकम्पलीट हुंदी है। तुसीं कह सकते हो 2/3 पोर्शन जिहड़ा हैगा सिनर्जिड्स दा चैलेजल वाले पासे तकरीबन वो बिना वाल तो ही हुंदा है। हुण इहदे च जिहड़ा फिलीफॉर्म अपरेटस है ना, ये काले रंग के धागिਆਂ वर्गे जिहड़े स्ट्रक्चर है ना बच्चे, ये की करते हैं ये एब्जॉर्प्शन एंड ट्रांसपोर्टेशन करते हैं न्यूट्रीएंट्स की, समझते पे हो ना, क्योंकि देखो ये है तो अव्यूल के अंदर है ना, ये न्यूसैलस के अंदर बनया होया ना ठीक है। तुसीं बनाने हो जिहड़ा तुसीं एंब्रीओसैक अव्यूल के अंदर छोटा जिहा एंब्रीओसैक बनाने हो यही है, तो ये की करते हैं है ना, अव्यूल के अंदर है ना ये पूरा, तो ये बाहर न्यूसैलस तो एब्जॉर्प्शन भी करते हैं न्यूट्रीएंट्स की, तो ट्रांसपोर्ट भी करते हैं न्यूट्रीएंट्स, इनू दिंदे हैं पूरे एंब्रीओसैक नूं दिंदे हैं। दूजी गल ये होर काहदे च हैल्प करते हैं, ये कुछ कैमिकल सबसटेंसिस सक्रीट करते हैं ठीक है, जिहदे नाल
ਪੋਲਨ ਟਿਊਬ ਨੂੰ ਵੀ ਰਸਤਾ ਮਿਲਦਾ ਰਹਿੰਦਾ ਹੈ। ਪੋਲਨ ਟਿਊਬ ਨੇ ਪਹੁੰਚਣਾ ਨਾ, ਮੇਲ ਗਮੀਟਸ ਲੈ ਕੇ ਇੱਥੇ ਤੱਕ ਪਹੁੰਚਣਾ ਐਗ ਦੇ ਕੋਲ, ਉਹਨੂੰ ਰਸਤਾ ਪ੍ਰੋਵਾਈਡ ਕਰਦੇ ਆ। ਓਕੇ, ਠੀਕ ਹੈ। ਸੋ ਦੂਸਰੀ ਗੱਲ, ਸ਼ੌਕ ਐਬਜ਼ੋਰਬਰ ਦਾ ਵੀ ਕੰਮ ਕਰਦੇ ਆ। ਬਾਈ ਚਾਂਸ ਪੋਲਨ ਟਿਊਬ ਪੋਲਨ ਗ੍ਰੇਨ ਦੇ ਅੰਦਰ ਆ ਰਹੀ ਹੈ, ਕੋਈ ਨੁਕਸਾਨ ਵੀ ਪਹੁੰਚ ਸਕਦਾ ਨਾ ਐਗ ਵਗੈਰਾ ਨੂੰ, ਉਹਦੇ ਤੋਂ ਵੀ ਬਚਾਉਂਦੇ ਆ। ਓਕੇ ਜੀ, ਠੀਕ ਹੈ। ਸੋ ਤੀਸਰੀ ਟਾਈਪ ਦੇ ਤੁਹਾਡੇ ਕੋਲ ਆ ਗਏ ਐਂਟੀਪੋਡਲ ਸੈਲਸ। ਆ 3 ਐਂਟੀਪੋਡਲ ਸੈਲਸ 1 2 3। ਓਕੇ, 3 ਹੋ ਗਏ ਐਗ ਆਪਰੇਟਸ ਦੇ, ਐਗ 2 ਸਿਨਰਜਿਡਸ, 2 ਤੇ 1 3। ਓਕੇ, 3 ਐਂਟੀਪੋਡਲ ਸੈਲਸ ਆ ਗਏ। ਇਹ ਇੱਕ ਤਰ੍ਹਾਂ ਦੇ ਵੈਜੀਟੇਟਿਵ ਸੈੱਲ ਹੁੰਦੇ ਆ ਐਂਬਰੀਓਸੈਕ ਦੇ। ਓਕੇ, ਇਹ ਡੀਜਨਰੇਟ ਕਰ ਸਕਦੇ ਆ, ਖਤਮ ਹੋ ਜਾਂਦੇ ਆ ਫਰਟੀਲਾਈਜੇਸ਼ਨ ਤੋਂ ਪਹਿਲਾਂ ਵੀ, ਫਰਟੀਲਾਈਜੇਸ਼ਨ ਤੋਂ ਬਾਅਦ ਵੀ। ਅਤੇ ਇਹਨਾਂ ਦਾ ਥੋੜ੍ਹਾ ਬਹੁਤਾ ਫੰਕਸ਼ਨ ਕੀ ਹੈ, ਨਿਊਟਰੀਐਂਟਸ ਦੀ ਇਹ ਵੀ ਐਬਜ਼ੋਰਪਸ਼ਨ ਕਰਦੇ ਆ, ਹੈਲਪ ਕਰਦੇ ਆ ਇਨ ਦਾ ਐਬਜ਼ੋਰਪਸ਼ਨ ਆਫ ਨਿਊਟਰੀਐਂਟਸ। ਓਕੇ, ਅੱਗੇ ਤੁਹਾਡੇ ਕੋਲ ਆ ਗਿਆ 4th ਨੰਬਰ ਦੇ ਉੱਤੇ ਸਿੰਗਲ ਲਾਰਜ ਸੈਂਟਰਲ ਸੈੱਲ। ਇਹ ਕੀ ਹੈ, ਇੱਕ ਸਿੰਗਲ ਲਾਰਜ ਸੈਂਟਰਲ ਸੈੱਲ। ਤਾਂ ਹੋ ਗਏ 3 3 6 ਅਤੇ ਇੱਕ ਸੈਂਟਰਲ ਸੈੱਲ 7। ਠੀਕ ਹੈ ਜੀ। ਸੋ ਇਹਦੇ ਅੰਦਰ 2 ਪੋਲਰ ਨਿਊਕਲੀਆਈ ਪ੍ਰੈਜ਼ੈਂਟ ਹੈਗੇ ਆ, ਠੀਕ ਹੈ, ਜਿਹੜੇ ਕਿ ਬਾਅਦ ਵਿੱਚ ਫਿਊਜ਼ ਕਰਕੇ ਡਿਪਲੋਇਡ ਸੈਕੰਡਰੀ ਨਿਊਕਲੀਅਸ ਬਣਾਉਂਦੇ ਆ। ਤਾਂ ਹੀ ਕਰਕੇ ਬੱਚੇ ਇਹ 7 ਸੈੱਲ ਹੈ, 8 ਨਿਊਕਲੀਆਈ ਕਿੱਦਾਂ ਬਣੇ, ਇਹਨਾਂ ਨੂੰ ਅਜੇ 2 ਮੰਨਣਾ ਨਾ, ਇਹ ਹਜੇ ਤੱਕ ਫਿਊਜ਼ ਨਹੀਂ ਕੀਤੇ। ਜਦੋਂ ਕਰ ਜਾਣਗੇ ਉਦੋਂ ਅਸੀਂ ਇਹਨਾਂ ਨੂੰ ਕਵਾਂਗੇ ਡਿਪਲੋਇਡ ਸੈਕੰਡਰੀ ਨਿਊਕਲੀਅਸ। ਹਜੇ ਤੱਕ ਤਾਂ 2 ਪੋਲਰ ਨਿਊਕਲੀਆਈ ਹੈ ਨਾ, ਠੀਕ ਹੈ। ਸੋ ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ, ਇੱਕ ਮੇਲ ਗਮੀਟ ਜਿਹੜਾ ਹੈਗਾ ਇਸ ਸੈਕੰਡਰੀ ਨਿਊਕਲੀਅਸ ਦੇ ਨਾਲ ਆ ਕੇ ਫਿਊਜ਼ ਕਰ ਜਾਂਦਾ ਅਤੇ ਟ੍ਰਿਪਲੋਇਡ ਨਿਊਕਲੀਅਸ ਬਣ ਜਾਂਦਾ। ਤਾਂ ਬਣਨਾ ਹੀ ਹੈ ਨਾ ਬੱਚੇ, ਪਹਿਲਾਂ ਇਹ 2 ਪੋਲਰ ਨਿਊਕਲੀਆਈ ਫਿਊਜ਼ ਕਰ ਗਏ ਤਾਂ ਡਿਪਲੋਇਡ ਸੈਕੰਡਰੀ ਨਿਊਕਲੀਅਸ ਬਣ ਗਿਆ। ਓਕੇ, 2 ਫਿਊਜ਼ ਕਰ ਗਏ, ਇੱਕ ਮੇਲ ਗਮੀਟ ਉੱਧਰੋਂ ਦੀ ਹੋਰ ਆ ਗਿਆ, ਠੀਕ ਹੈ ਨਾ, 2 ਤੇ 1 3। ਅਤੇ ਉਦੋਂ ਇਹ ਕਿਹੜਾ ਨਿਊਕਲੀਅਸ ਬਣ ਜਾਂਦਾ, ਟ੍ਰਿਪਲੋਇਡ। ਤਾਂ ਹੀ ਕਰਕੇ ਫਰਟੀਲਾਈਜੇਸ਼ਨ ਤੋਂ ਬਾਅਦ ਇਸ ਸਾਰੇ ਸੈਂਟਰਲ ਸੈੱਲ ਦੇ ਵਿੱਚ ਕੀ ਡਿਵੈਲਪ ਹੋ ਜਾਂਦੀ ਹੈ, ਐਂਡੋਸਪਰਮ। ਓਕੇ, ਜਿਹੜਾ ਕੰਮ ਫਿਰ ਨਿਊਸੈਲਸ ਕਰਦੀ ਹੁੰਦੀ ਸੀ ਨਾ, ਨਿਊਟ੍ਰੀਸ਼ਨ ਪ੍ਰੋਵਾਈਡ ਕਰਨ ਦਾ, ਹੈ ਨਾ, ਐਂਬਰੀਓ ਵਗੈਰਾ ਨੂੰ, ਠੀਕ ਹੈ, ਇਹਨਾਂ ਸਾਰਿਆਂ ਨੂੰ, ਉਹ ਕੰਮ ਫਿਰ ਹੁਣ ਕੌਣ ਕਰਨਾ ਸ਼ੁਰੂ ਕਰ ਦਿੰਦੀ ਹੈ, ਐਂਡੋਸਪਰਮ। ਦੇਖੋ ਜੇ ਧਿਆਨ ਨਾਲ ਬ੍ਰੈਕਟ 'ਚ ਲਿਖਿਆ 3N। ਓਕੇ, ਸੋ ਡਿਫਰੈਂਸ ਤੁਸੀਂ ਆਪਣੀ ਬੁੱਕ ਤੋਂ ਜ਼ਰੂਰ ਪੜ੍ਹਨਾ। ਮੇਲ ਗਮੀਟੋਫਾਈਟ ਅਤੇ ਫੀਮੇਲ ਗਮੀਟੋਫਾਈਟ ਤੁਸੀਂ ਪੜ੍ਹਨਾ, ਮੈਂ ਟੌਪਿਕ ਕਰਾ ਦਿੱਤਾ। ਜਿੰਨੇ ਜ਼ਿਆਦਾ ਡਿਫਰੈਂਸਿਸ ਪੜ੍ਹੋਗੇ ਟੌਪਿਕ ਦੀ ਉਨੀ ਜ਼ਿਆਦਾ ਕਲੈਰਿਟੀ ਹੁੰਦੀ ਹੈ। ਸੋ ਨਾਓ ਨੈਕਸਟ ਟੌਪਿਕ ਸਾਡੇ ਕੋਲ ਆ ਗਿਆ ਪੋਲੀਨੇਸ਼ਨ। ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ +1 ਕਲਾਸ 'ਚ ਪੜ੍ਹਿਆ ਹੋਇਆ, ਕੁਐਸਚਨ ਯਾਦ ਕੀਤਾ ਹੋਇਆ 5 ਮਾਰਕਸ ਦਾ, ਪਰ ਜਿਹੜੇ ਬੱਚੇ ਨਵੇਂ ਆਏ ਆ ਉਹਨਾਂ ਨੂੰ ਵੀ ਸਮਝਾਉਣਾ ਮੇਰਾ ਫਰਜ਼ ਹੈ। ਓਕੇ, ਸੋ ਨੈਕਸਟ ਟੌਪਿਕ ਜੋ ਤੁਹਾਡੇ ਕੋਲ ਆ ਗਿਆ ਪੋਲੀਨੇਸ਼ਨ। ਸੋ 10th ਕਲਾਸ 'ਚ ਵੀ ਪੜ੍ਹਦੇ ਸੀ ਦਾ ਟ੍ਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਦਾ ਓਪਨਡ ਐਂਥਰ ਆਫ ਦਾ ਸਟੀਮਨ ਟੂ ਦਾ receptive stigma of the carpel, okay, is called pollination. So types of pollination ਜੇਕਰ ਅਸੀਂ ਦੇਖੀਏ ਸੋ ਸਿੱਧਾ ਵੀ ਲਿਖ ਸਕਦੇ ਹੋ, ਠੀਕ ਹੈ। ਸੋ ਮੇਲ ਪਾਰਟ ਤੋਂ ਫੀਮੇਲ ਪਾਰਟ ਦੇ ਉੱਤੇ ਪੋਲਨ ਗ੍ਰੇਨਸ ਟ੍ਰਾਂਸਫਰ ਹੋਣਾ ਇਜ਼ ਨੋਨ ਐਜ਼ ਪੋਲੀਨੇਸ਼ਨ। ਓਕੇ, ਸੈਲਫ ਪੋਲੀਨੇਸ਼ਨ, ਕ੍ਰੋਸ ਪੋਲੀਨੇਸ਼ਨ, ਠੀਕ ਹੈ ਬੱਚੇ। ਸੈਲਫ ਪੋਲੀਨੇਸ਼ਨ, ਸੈਲਫ ਮੀਨਸ ਖੁਦ, ਕੀ ਹੈ ਕਿ ਜਦੋਂ ਸੈਲਫ ਪੋਲੀਨੇਸ਼ਨ ਮਤਲਬ ਇੱਕ ਫੁੱਲ ਦੇ ਅੰਦਰ ਹੀ ਹੋ ਰਹੀ ਹੈ ਆਪਸ 'ਚ, ਪਰ ਇਹਦੀਆਂ ਫਰਦਰ ਟਾਈਪਸ ਵੀ ਹੈਗੀਆਂ ਨੇ। ਸੋ ਸੈਲਫ ਪੋਲੀਨੇਸ਼ਨ ਮੀਨਸ ਟ੍ਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਐਂਥਰ ਆਫ ਏ ਫਲਾਵਰ ਟੂ ਦਾ ਸਟਿਗਮਾ ਆਫ ਦਾ ਸੇਮ ਫਲਾਵਰ। ਓਕੇ, ਠੀਕ ਹੈ। ਸੋ ਇਟ ਇਜ਼ ਫਰਦਰ ਆਫ 2 ਟਾਈਪਸ। ਦੇਖੋ ਮੈਂ ਤੁਹਾਡੇ ਲਈ ਟੇਬਲ ਬਣਾਇਆ ਹੋਇਆ, ਆਟੋਗੈਮੀ, ਗਾਈਟੋਨੋਗੈਮੀ। ਬੱਚੇ ਆਟੋਗੈਮੀ ਜਿਹੜੀ ਹੈਗੀ ਹੈ, ਠੀਕ ਹੈ, ਸੋ ਉਹਦਾ ਕੀ ਮਤਲਬ ਹੈਗਾ, ਆਟੋ ਮੀਨਸ ਸੈਲਫ। ਸੋ ਇਹਦੇ ਵਿੱਚ ਕੀ ਹੈਗਾ, ਠੀਕ ਹੈ, ਸੋ ਸੇਮ ਫਲਾਵਰ ਦੇ ਐਂਥਰ, ਠੀਕ ਹੈ, ਸੇਮ ਫਲਾਵਰ ਦੇ ਸਟਿਗਮਾ ਦੇ ਉੱਤੇ ਉਸੇ ਫੁੱਲ ਦੇ ਅੰਦਰ ਆ ਆਟੋਗੈਮੀ। ਇੱਕ ਹੀ ਫੁੱਲ ਲੱਗਾ ਹੋਇਆ ਪੌਦੇ ਦੇ ਉੱਤੇ, ਇੱਕ ਲੱਗਾ ਨਹੀਂ ਹੈ, ਫੁੱਲ ਹੋਰ ਵੀ ਲੱਗੇ ਹੋਏ ਆ, ਪਰ ਇੱਕ ਹੀ ਫੁੱਲ ਦੇ ਅੰਦਰ, ਠੀਕ ਹੈ ਜੀ, ਮੇਲ ਪਾਰਟ ਤੋਂ ਫੀਮੇਲ ਪਾਰਟ ਦੇ ਉੱਤੇ ਪੋਲਨ ਗ੍ਰੇਨ ਟ੍ਰਾਂਸਫਰ ਹੋ ਗਏ ਆ। ਇਹ ਸੈਲਫ ਪੋਲੀਨੇਸ਼ਨ ਦੀ ਕਿਹੜੀ ਟਾਈਪ ਆ ਗਈ ਹੈ, ਆਟੋਗੈਮੀ। ਓਕੇ, ਆਟੋਗੈਮੀ ਫਰਦਰ 3 ਟਾਈਪਸ ਦੀ ਹੈਗੀ ਹੈ, ਕਲਿਸਟੋਗੈਮੀ, ਹੋਮੋਗੈਮੀ ਅਤੇ ਬਡ ਪੋਲੀਨੇਸ਼ਨ। ਕਿਹੜੇ ਕਿਹੜੇ ਕੇਸ ਹੈ, ਠੀਕ ਹੈ, ਜਿੱਥੇ ਆਟੋਗੈਮੀ ਹੋ ਸਕਦੀ ਹੈ, ਕਲਿਸਟੋਗੈਮੀ। ਬੱਚੇ ਸਮਟਾਈਮਸ ਪਲਾਂਟ ਕੀ ਕਰਦੇ ਆ, ਨੈਵਰ ਓਪਨ, ਉਹ ਓਪਨ ਹੀ ਨਹੀਂ ਕਰਦੇ, ਅਤੇ ਜੇ ਓਪਨ ਨਹੀਂ ਕਰੋਗੇ ਤਾਂ ਬਾਹਰੋਂ ਦੀ ਤਾਂ ਪੋਲਨ ਗ੍ਰੇਨ ਆਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਸ ਕਰਕੇ, ਠੀਕ ਹੈ, ਉਹ ਆਪਸ 'ਚ ਹੀ ਪੋਲੀਨੇਸ਼ਨ ਕਰ ਲੈਣਗੇ। ਤਾਂ ਦੇਖੋ ਫਿਰ ਹੈ ਨਾ ਇਹ ਸੈਲਫ ਪੋਲੀਨੇਸ਼ਨ। ਇੱਕ ਐਗਜ਼ਾਮਪਲ ਦੇ ਦੇਣੀ ਆ ਤੁਸੀਂ। ਅਤੇ ਜਿਹੜੇ ਫਿਰ ਕਲਿਸਟੋਗੇਮਸ ਫਲਾਵਰ ਹੁੰਦੇ ਆ ਨਾ, ਜਿਹੜੇ ਕਦੀ ਓਪਨ ਨਹੀਂ ਕਰਦੇ ਨੈਚੁਰਲੀ, ਫਿਰ ਉਹਨਾਂ ਦੇ ਕਰੈਕਟਰਿਸਟਿਕਸ ਕੀ ਹੈ, ਉਹ ਬਾਈਸੈਕਸ਼ੁਅਲ ਹੁੰਦੇ ਆ, ਸਮਾਲ ਹੁੰਦੇ ਆ, ਕਲਰਲੈਸ ਹੁੰਦੇ ਆ, ਕੋਈ ਨੈਕਟਰ ਪ੍ਰੋਡਿਊਸ ਨਹੀਂ ਕਰਦੇ। ਨੈਕਟਰ ਪਤਾ ਨਾ, ਸਵੀਟ ਕਲਰ ਦਾ ਫਲੂਇਡ ਪ੍ਰੈਜ਼ੈਂਟ ਹੈਗਾ ਫੁੱਲਾਂ ਦੇ ਅੰਦਰ, ਜਿਨ੍ਹਾਂ ਨੂੰ ਇਨਸੈਕਟਸ ਖਾਣ ਆਉਂਦੇ ਆ। ਇਹ ਸਾਰਾ ਪਤਾ ਤੁਹਾਨੂੰ ਪਹਿਲਾਂ ਤੋਂ ਹੀ
ਜਿਵੇਂ ਮੈਂ ਤੁਹਾਨੂੰ ਹੁਣ ਜਦੋਂ ਮੈਂ ਪੋਲੀਨੇਸ਼ਨ ਦੀਆਂ ਬਹੁਤ ਸਾਰੀਆਂ ਏਜੰਸੀਜ਼ ਪੜ੍ਹਾਉਣੀਆਂ ਤਾਂ ਯਾਦ ਹੈ, ਅਨੀਮੋਫਿਲੀ, ਐਂਟੋਮੋਫਿਲੀ, ਹਾਈਡਰੋਫਿਲੀ, ਓਕੇ, ਫੁੱਲਾਂ ਦੇ ਕਰੈਕਟਰਿਸਟਿਕਸ। ਓਕੇ, ਸੈਕਿੰਡ ਆਟੋਗੈਮੀ ਟਾਈਪ ਜਿਹੜੀ ਕਿਉਂ ਹੁੰਦੀ ਹੈ? ਹੋਮੋਗੈਮੀ ਕਿਉਂ ਹੁੰਦੀ ਹੈ ਆਟੋਗੈਮੀ ਇਸ ਕੇਸ 'ਚ? ਹੋਮੋ ਮੀਨਸ ਸੇਮ। ਇਸ ਕੇਸ ਦੇ ਵਿੱਚ ਕੀ ਹੈ, ਨੈਚੁਰਲੀ ਇਹਦੇ 'ਚ ਵੀ ਐਂਥਰ ਅਤੇ ਸਟਿਗਮਾ ਜਿਹੜੇ ਹੈਗੇ ਬਾਈਸੈਕਸ਼ੁਅਲ ਫਲਾਵਰ ਦੇ ਮੈਚਿਓਰ ਕਰ ਜਾਂਦੇ ਆ ਐਟ ਦਾ ਸੇਮ ਟਾਈਮ। ਸਮਝਦੇ ਪਿਓ ਨਾ, ਇੱਕ ਹੀ ਫੁੱਲ ਹੈ, ਉਹਦੇ ਕੋਲ ਮੇਲ ਪਾਰਟ ਵੀ ਹੈ, ਉਹਦੇ ਕੋਲ ਫੀਮੇਲ ਪਾਰਟ ਵੀ ਹੈ, ਇਹਨਾਂ ਨੂੰ ਕਿਸੇ ਕੋਲ ਜਾਣ ਦੀ ਕੀ ਜ਼ਰੂਰਤ ਹੈ? ਦੋਨੋਂ ਮੇਲ ਪਾਰਟ ਅਤੇ ਫੀਮੇਲ ਪਾਰਟ ਜਿਹੜੇ ਆ ਨਾ ਸੇਮ ਸਮੇਂ ਦੇ ਉੱਤੇ ਮੈਚੋਰ ਕਰ ਜਾਂਦੇ ਆ ਅਤੇ ਆਪੇ ਹੋ ਜਾਂਦੀ ਉਹਨਾਂ ਦੇ ਅੰਦਰ ਸੈਲਫ ਪੋਲੀਨੇਸ਼ਨ। ਸਨਫਲਾਵਰ, ਪੋਟੈਟੋ, ਠੀਕ ਹੈ ਜੀ, ਮਿਰਾਬਿਲਿਸ ਹੈ ਨਾ, ਜਿਹਨੂੰ 4 ਆਫ ਕਲੋਕਲ ਪਲਾਂਟ ਵੀ ਕਹਿੰਦੇ ਆ, ਉਹਨਾਂ ਦੇ ਵਿੱਚ ਇਸ ਕਿਸਮ ਦੀ ਆਟੋਗੈਮੀ ਹੁੰਦੀ ਹੈ, ਹੋਮੋਗੈਮੀ। ਥਰਡ ਤੁਹਾਡੇ ਕੋਲ ਆ ਗਿਆ ਬਡ ਪੋਲੀਨੇਸ਼ਨ। ਇਹ ਵੀ ਨਾਮ ਤੋਂ ਪਤਾ ਲੱਗਦਾ ਪਿਆ, ਇਹ ਵੀ ਬਾਈਸੈਕਸ਼ੁਅਲ ਫਲਾਵਰ ਦੇ ਵਿੱਚ, ਠੀਕ ਹੈ, ਸਟਿਗਮਾ ਅਤੇ ਐਂਥਰ ਮੈਚੋਰ ਕਰ ਜਾਂਦੇ ਆ ਹੁਣ ਬਡ ਦੇ ਓਪਨ ਹੋਣ ਤੋਂ ਪਹਿਲਾਂ, ਠੀਕ ਹੈ, ਵੀ ਫੁੱਲ ਹਜੇ ਫੁੱਲ ਨਹੀਂ ਬਣਿਆ, ਉਹ ਡੋਡੀ ਹੈ। ਜਦੋਂ ਬੱਚੇ ਹਜੇ ਤੱਕ ਫੁੱਲ ਨਹੀਂ ਬਣਿਆ ਤਾਂ ਡੋਡੀ ਹੈ ਨਾ ਹਜੇ ਤੱਕ, ਠੀਕ ਹੈ ਨਾ। ਸੋ ਡੋਡੀ ਦੇ ਅੰਦਰ ਹੀ ਹੈ ਨਾ ਮੇਲ ਅਤੇ ਫੀਮੇਲ ਪਾਰਟ ਜਿਹੜੇ ਹੈਗੇ ਆ ਮੈਚੋਰ ਕਰ ਜਾਂਦੇ ਆ ਫੁੱਲ ਖੁੱਲ੍ਹਣ, ਡੋਡੀ ਖੁੱਲ੍ਹਣ ਤੋਂ ਪਹਿਲਾਂ ਹੀ, ਅਤੇ ਫਿਰ ਨੈਚੁਰਲੀ ਫਿਰ ਕੀ ਹੋਣੀ ਹੈ? ਆਟੋਗੈਮੀ ਹੋਣੀ ਹੈ। ਵੀਟ, ਰਾਈਸ, ਵੀਟ ਦਾ ਪਤਾ ਨਾ, ਕਣਕ, ਰਾਈਸ ਚਾਵਲ, ਉਹਨਾਂ ਦੇ ਵਿੱਚ ਇਸ ਕਿਸਮ ਦੀ ਆਟੋਗੈਮੀ ਹੁੰਦੀ ਹੈ। ਦੇਖਿਆ ਟੇਬਲ ਬਣਾ ਕੇ ਕਿੰਨਾ ਈਜ਼ੀ ਹੋ ਗਿਆ ਤੁਹਾਡੇ ਲਈ। ਆਟੋਗੈਮੀ ਮਤਲਬ ਇੱਕ ਫੁੱਲ ਦੇ ਅੰਦਰ ਹੀ ਪੋਲੀਨੇਸ਼ਨ, ਪਰ ਉਹਦੇ 3 ਤਰ੍ਹਾਂ ਦੇ ਕਾਰਨ। ਓਕੇ, ਪਰ ਸੈਲਫ ਪੋਲੀਨੇਸ਼ਨ ਦੀ ਫਿਰ ਅਗਲੀ ਇੱਕ ਟਾਈਪ ਆ ਗਈ ਗਾਈਟੋਨੋਗੈਮੀ। ਕਿਉਂ? ਕਿਉਂਕਿ ਬੱਚੇ ਆ ਵੀ ਇੱਕ ਸੈਲਫ ਪੋਲੀਨੇਸ਼ਨ ਹੈ। ਸਿਰਫ ਇੱਕ ਫੁੱਲ ਦੇ ਅੰਦਰ, ਸੇਮ ਫੁੱਲ ਦੇ ਅੰਦਰ ਪੋਲੀਨੇਸ਼ਨ ਹੋ ਜਾਣਾ ਸੈਲਫ ਪੋਲੀਨੇਸ਼ਨ ਨਹੀਂ ਹੈ, ਆ ਵੀ ਇੱਕ ਸੈਲਫ ਪੋਲੀਨੇਸ਼ਨ ਹੈ। ਇਹ ਕੀ ਹੈ? ਪਲਾਂਟ ਤਾਂ ਇੱਕ ਹੀ ਹੈ ਨਾ। ਦੇਖੋ ਮੈਂ ਡਾਇਗਰਾਮ ਵੀ ਬਣਾਈ ਤੁਹਾਡੇ ਲਈ, ਪਲਾਂਟ ਇੱਕ ਹੀ ਹੈ, 1 ਪਲਾਂਟ, ਪਰ ਪਲਾਂਟ ਦੇ ਉੱਤੇ 2 ਫੁੱਲ ਲੱਗੇ ਹੋਏ ਆ, ਉਹਨਾਂ ਦੀ ਆਪਸ ਦੇ ਵਿੱਚ ਪੋਲੀਨੇਸ਼ਨ ਹੋਣਾ, ਦਿਸ ਇਜ਼ ਆਲਸੋ ਸੈਲਫ ਪੋਲੀਨੇਸ਼ਨ, ਪਰ ਇਹਦਾ ਕੀ ਨਾਮ ਹੈ? ਗਾਈਟੋਨੋਗੈਮੀ। ਇਹ ਆਟੋਗੈਮੀ ਨਹੀਂ ਹੈ, ਇਹ ਕੀ ਹੈ? ਗਾਈਟੋਨੋਗੈਮੀ ਹੈ। ਓਕੇ, ਐਗਜ਼ਾਮਪਲਸ ਤੁਸੀਂ ਪੜ੍ਹ ਲੈਣੀਆਂ। ਫਿਰ ਬੱਚੇ ਤੁਹਾਨੂੰ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ। ਮੈਨੂੰ ਲੱਗਦਾ ਕਿ ਤੁਸੀਂ ਲਿਖ ਵੀ ਚੁੱਕੇ ਹੋ। ਕੁਐਸਚਨ ਨੰਬਰ ਸ਼ਾਇਦ 3 ਜਿਹੜਾ ਸੀਗਾ ਉਹ ਇਹੀ ਸੀ, ਠੀਕ ਹੈ ਜੀ। ਸੋ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਹੈ ਨਾ, ਠੀਕ ਹੈ। ਸੋ ਨੈਚੁਰਲੀ ਬੱਚੇ ਕੀ ਐਡਵਾਂਟੇਜ ਹੋ ਸਕਦੇ ਆ ਸੈਲਫ ਪੋਲੀਨੇਸ਼ਨ ਦੇ? ਨੈਚੁਰਲੀ ਪੋਲੀਨੇਸ਼ਨ ਦੇ ਚਾਂਸਿਸ ਬਹੁਤ ਵੱਧ ਜਾਂਦੇ ਆ। ਫੁੱਲਾਂ ਨੇ ਆਪਸ 'ਚ ਹੀ ਕਰਨੀ ਹੈ, ਇੱਕ ਫੁੱਲ ਦੇ ਅੰਦਰ ਹੀ ਦੇਖੋ ਹੋ ਗਈ ਸੈਲਫ ਪੋਲੀਨੇਸ਼ਨ, ਇੱਕ ਬੂਟੇ ਦੇ ਉੱਪਰ, ਇੱਕ ਪਲਾਂਟ ਦੇ ਉੱਪਰ ਹੀ ਹੋ ਗਈ ਫੁੱਲਾਂ 'ਚ ਸੈਲਫ ਪੋਲੀਨੇਸ਼ਨ, ਤਾਂ ਨੈਚੁਰਲੀ ਪੋਲੀਨੇਸ਼ਨ ਦੇ ਚਾਂਸ ਬਹੁਤ ਵੱਧ ਗਏ। ਇਹਦੇ ਨਾਲ ਰੇਸ ਦੀ ਜਿਹੜੀ ਪਿਓਰਿਟੀ ਹੈਗੀ ਆ ਉਹ ਮੇਨਟੇਨ ਰਹਿੰਦੀ ਹੈ, ਠੀਕ ਹੈ। ਕਿਸੇ ਕਿਸਮ ਦੀ ਕੋਈ ਮਿਕਸਿੰਗ ਨਹੀਂ ਹੋ ਰਹੀ ਹੈ, ਬਾਹਰੋਂ ਕੋਈ ਆ ਹੀ ਨਹੀਂ ਰਿਹਾ। ਇਹਦੇ 'ਚ ਪੋਲਨ ਗ੍ਰੇਨਸ ਜ਼ਿਆਦਾ ਪ੍ਰੋਡਿਊਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਪਲਾਂਟ ਨੂੰ, ਥੋੜ੍ਹਿਆਂ ਨਾਲ ਹੀ ਸਰ ਜਾਂਦਾ ਹੈ, ਕਿਉਂਕਿ ਆਸਾਨੀ ਨਾਲ ਹੋ ਜਾਣੀ ਪੋਲੀਨੇਸ਼ਨ। ਕਿਹੜਾ ਪੋਲਨ ਗ੍ਰੇਨਸ ਨੇ ਦੂਰ ਦੂਰ ਜਾਣਾ ਹੈ? ਇਹ ਮੈਂ ਕੀ ਪੜ੍ਹਾ ਰਹੀ ਹਾਂ? ਐਡਵਾਂਟੇਜਿਸ ਆਫ ਸੈਲਫ ਪੋਲੀਨੇਸ਼ਨ, ਹੈ ਨਾ, ਠੀਕ ਹੈ। ਫਲਾਵਰਸ ਜਿਹੜੇ ਹੈਗੇ ਆ ਉਹਨਾਂ ਨੂੰ ਖਾਸ ਕਿਸਮ ਦੀਆਂ ਡਿਵਾਈਸਿਸ ਨਹੀਂ ਕਰਨੀਆਂ ਪੈਂਦੀਆਂ, ਉਹਨਾਂ ਨੂੰ ਕੋਈ ਵੱਡੀਆਂ ਵੱਡੀਆਂ ਪੈਟਲਸ ਨਹੀਂ ਬਣਾਉਣੀਆਂ ਪੈਂਦੀਆਂ, ਉਹਨਾਂ ਨੂੰ ਕੋਈ ਖੁਸ਼ਬੂ ਨਹੀਂ ਛੱਡਣੀ ਪੈਂਦੀ ਹੈਗੀ, ਨੈਕਟਰ ਦੀ ਵੀ ਜ਼ਰੂਰਤ ਨਹੀਂ ਹੈ। ਕਿਉਂ? ਕਿਉਂਕਿ ਕਿਸੇ ਨੇ ਥੋੜ੍ਹੀ ਆਉਣਾ ਹੈਗਾ ਪੋਲੀਨੇਸ਼ਨ ਕਰਵਾਉਣ, ਆਪੇ ਹੋ ਜਾਣੀ ਹੈ। ਡਿਸਐਡਵਾਂਟੇਜ ਕੀ ਹੋ ਸਕਦੇ ਆ? ਠੀਕ ਹੈ, ਸੈਲਫ ਪੋਲੀਨੇਸ਼ਨ ਦੇ ਡਿਸਐਡਵਾਂਟੇਜ ਕੀ ਹੋ ਸਕਦੇ ਆ? ਠੀਕ ਹੈ, ਇਹਦੇ 'ਚ ਜਿਹੜੀ ਪ੍ਰੋਜੈਨੀ ਪਰ ਪੈਦਾ ਹੋਣੀ ਹੈ ਨਾ ਕੰਟੀਨਿਊਸਲੀ, ਉਹ ਵੀਕ ਹੁੰਦੀ ਜਾਣੀ ਹੈ। ਕਿਉਂ? ਕਿਉਂਕਿ ਬਾਰ-ਬਾਰ ਉਹੀ ਸੇਮ ਤਰ੍ਹਾਂ ਦੇ, ਦੇਖੋ ਚੇਂਜਸ ਤਾਂ ਹੀ ਆਉਣਗੇ ਨਾ ਜੇਕਰ ਬਾਹਰੋਂ ਦੇ ਅਸੀਂ ਪੋਲਨ ਗ੍ਰੇਨ ਲਿਆ ਕੇ ਪੋਲੀਨੇਸ਼ਨ ਕਰਵਾਵਾਂਗੇ, ਪਰ ਉਹੀ ਪੋਲਨ ਗ੍ਰੇਨਸ ਬਾਰ-ਬਾਰ ਤੁਸੀਂ ਜਨਰੇਸ਼ਨ ਆਫਟਰ ਜਨਰੇਸ਼ਨ ਪੋਲੀਨੇਸ਼ਨ ਕਰਵਾਈ ਜਾ ਰਹੇ ਹੋ, ਤਾਂ ਇਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਪੈਦਾ ਹੋਣੀ ਨਾ ਉਹ ਫਿਰ ਵੀਕ ਹੋ ਜਾਣੀ ਹੈ। ਠੀਕ ਹੈ, ਦੂਸਰਾ ਪੁਆਇੰਟ ਡਿਸਐਡਵਾਂਟੇਜ ਕੀ ਹੈ ਇਹਦਾ? ਲੈਸ ਚਾਂਸਿਸ ਆਫ ਪ੍ਰੋਡਕਸ਼ਨ ਆਫ, ਆ ਗਈ ਨਾ ਗੱਲ। ਠੀਕ ਹੈ, ਇੱਕ ਤਾਂ ਕੀ ਹੈ ਕਿ ਜਿਹੜੀ ਆਪਣੀ ਵੀ ਪ੍ਰੋਜੈਨੀ ਪੈਦਾ ਹੋਈ ਜਾਣੀ ਉਹ ਵੀਕ ਹੋਈ ਜਾਣੀ ਹੈ, ਡਿਸਐਡਵਾਂਟੇਜ ਇਹ ਹੈ। ਦੂਸਰਾ ਕੀ ਹੈ, ਕੋਈ ਵੀ ਨਵੀਆਂ ਸਪੀਸੀਜ਼ ਜਾਂ ਨਵੀਆਂ ਵਰਾਇਟੀਜ਼ ਨਹੀਂ ਪੈਦਾ ਹੋਣੀਆਂ, ਕਿਉਂਕਿ ਉਹੀ ਪਲਾਂਟ, ਉਹਦੇ ਹੀ ਪੋਲਨ ਗ੍ਰੇਨ, ਆਪਸ 'ਚ ਪੋਲੀਨੇਸ਼ਨ, ਤਾਂ ਨਵੀਂ ਵਰਾਇਟੀ ਕਿੱਥੋਂ ਆਏਗੀ? ਸੋ ਦੀਜ਼ ਆਰ ਦਾ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਸੈਲਫ ਪੋਲੀਨੇਸ਼ਨ। ਓਕੇ, ਆ ਜਾਓ ਹੁਣ ਸੈਕਿੰਡ ਟਾਈਪ ਆਫ ਪੋਲੀਨੇਸ਼ਨ ਦੀ, ਕ੍ਰੋਸ ਪੋਲੀਨੇਸ਼ਨ। ਓਕੇ, ਸੋ ਇਹ ਅਦਰ ਟਰਮਸ ਜ਼ਰੂਰ ਯਾਦ ਰੱਖਣੀਆਂ, ਇਹ ਪੁੱਛਦੇ ਆ ਅੱਜ ਕੱਲ੍ਹ 1 ਮਾਰਕਸ ਦੇ ਵਿੱਚ, ਫਿਲਿੰਗ ਦੀ ਬਲੈਂਕਸ ਦੇ ਵਿੱਚ, ਕਿਉਂਕਿ ਦੇਖੋ ਬੋਰਡ ਨੇ ਤਾਂ ਵੀ ਆਪਣਾ ਥੋੜ੍ਹਾ ਜਿਹਾ ਸਟੈਂਡਰਡ ਅਪ ਕੀਤਾ ਹੋਇਆ CBSE ਦੀ ਤਰ੍ਹਾਂ ਨਾ, ਤੋਂ ਕੁਐਸਚਨਸ ਟੋਪਿਕ ਦੇ ਵਿੱਚੋਂ ਦੀ ਪੁੱਛੇ ਜਾਂਦੇ ਆ। ਸੋ ਜ਼ੀਨੋਗੈਮੀ, ਐਲੋਗੈਮੀ, ਹੈ ਨਾ, ਕ੍ਰੋਸ ਪੋਲੀਨੇਸ਼ਨ ਨੂੰ ਹੋਰ ਕੀ ਕਹਿੰਦੇ ਆ? ਜ਼ੀਨੋਗੈਮੀ ਔਰ ਐਲੋਗੈਮੀ। ਤੋਂ ਪਹਿਲਾਂ ਮੈਂ ਕ੍ਰੋਸ ਪੋਲੀਨੇਸ਼ਨ ਦੀ ਪਹਿਲਾਂ ਡੈਫੀਨੇਸ਼ਨ ਬੋਲਾਂ। ਟ੍ਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਫਲਾਵਰ ਆਫ ਵਨ ਪਲਾਂਟ ਟੂ ਦਾ ਸਟਿਗਮਾ ਆਫ ਦਾ ਫਲਾਵਰ ਆਫ ਦਾ ਅਨਦਰ ਪਲਾਂਟ। ਜੇਕਰ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਡਾਇਗਰਾਮ ਦੇ ਵਿੱਚ ਮੈਂ 2 ਪਲਾਂਟਸ ਬਣਾਏ ਆ, ਇੱਕ ਠੀਕ ਹੈ। ਤਾਂ ਕੀ ਹੋ ਰਿਹਾ ਕ੍ਰੋਸ ਪੋਲੀਨੇਸ਼ਨ 'ਚ? ਇੱਕ ਪਲਾਂਟ ਦੇ ਫਲਾਵਰ ਤੋਂ ਦੂਸਰੇ ਪਲਾਂਟ ਦੇ ਫਲਾਵਰ ਨੂੰ ਪੋਲਨ ਗ੍ਰੇਨ ਟ੍ਰਾਂਸਫਰ ਹੋ ਰਿਹਾ। ਸੋ ਇਹ ਕੀ ਹੋ ਗਿਆ? ਕ੍ਰੋਸ ਪੋਲੀਨੇਸ਼ਨ।
ਹੈ ਨਾ। ਸੋ ਇਹਨੂੰ ਜ਼ੀਨੋਗੈਮੀ ਵੀ ਕਹਿੰਦੇ ਆ, ਹੈ ਨਾ। ਜ਼ੀਨੋਸ ਦਾ ਮਤਲਬ ਹੁੰਦਾ ਸਟਰੇਂਜ, ਅਤੇ ਗੈਮੋਸ ਦਾ ਮਤਲਬ ਕੀ ਹੁੰਦਾ, ਜੇ ਮੈਂ ਟਰਮ ਨੂੰ ਤੋੜ ਕੇ ਦੱਸਾਂ, ਠੀਕ ਹੈ। ਤਾਂ ਜ਼ੀਨੋਸ ਦਾ ਮਤਲਬ ਕੀ ਹੈਗਾ, ਸਟਰੇਂਜ, ਕਿਸੇ ਸਟਰੇਂਜਰ ਨਾਲ ਹੋਈ ਨਾ ਪੋਲੀਨੇਸ਼ਨ ਆਪਸ 'ਚ, ਠੀਕ ਹੈ ਨਾ। ਅਤੇ ਗੈਮੋਸ ਦਾ ਮਤਲਬ ਹੈ ਮੈਰਿਜ। ਐਲੋਗੈਮੀ ਦਾ ਵੀ ਮਤਲਬ ਇਹੀ ਹੈ, ਐਲੋ ਮੀਨਸ ਅਦਰ, ਗੈਮੋਸ ਦਾ ਮਤਲਬ ਮੈਰਿਜ, ਕਿਸੇ ਹੋਰ ਦੇ ਨਾਲ ਮੈਰਿਜ ਹੋ ਰਹੀ ਹੈ, ਕਿਸੇ ਅਜਨਬੀ ਦੇ ਨਾਲ ਮੈਰਿਜ ਹੋ ਰਹੀ ਹੈ। ਜਿਵੇਂ ਸਾਡੇ ਕੇਸ 'ਚ ਵੀ ਤਾਂ ਇੱਦਾਂ ਹੀ ਹੈ ਬੀਂਗ ਦੇ, ਹੈ ਨਾ। ਚਲੋ ਕੋਈ ਗੱਲ ਨਹੀਂ, ਭਾਵੇਂ ਵਿੱਚੋਂ ਦੀ ਥੋੜ੍ਹੀ ਬਹੁਤੀ ਰਿਸ਼ਤੇਦਾਰੀ ਵੀ ਨਿਕਲ ਆਉਂਦੀ ਹੈ, ਪਰ ਫਿਰ ਵੀ ਮਦਰ ਕਿਸੇ ਹੋਰ ਫੈਮਿਲੀ ਤੋਂ ਆਈ ਹੁੰਦੀ ਹੈ, ਫਾਦਰ ਕਿਸੇ ਹੋਰ ਫੈਮਿਲੀ ਤੋਂ, ਹੈ ਨਾ। ਸੇਮ ਫੈਮਿਲੀ ਤੋਂ ਥੋੜ੍ਹੀ ਆਏ ਹੈ, ਠੀਕ ਹੈ। ਸੋ ਜ਼ੀਨੋਗੈਮੀ, ਐਲੋਗੈਮੀ। ਹੁਣ ਕੁਝ ਕਰੈਕਟਰਿਸਟਿਕਸ ਹੈ, ਦੇਅਰ ਆਰ ਸਮ ਕਰੈਕਟਰਿਸਟਿਕਸ, ਹੈ ਨਾ, ਫॉर ਕ੍ਰੋਸ ਪੋਲੀਨੇਸ਼ਨ। ਸੋ ਕਿਉਂ ਹੁੰਦੀ ਹੈ ਕ੍ਰੋਸ ਪੋਲੀਨੇਸ਼ਨ ਦੇ ਕੀ ਕਾਰਨ ਹੋ ਸਕਦੇ, ਜਿਵੇਂ ਦੇਖੋ ਇੱਥੇ ਮੈਂ ਦੱਸਿਆ ਨਾ, ਇੱਥੇ ਸੈਲਫ ਪੋਲੀਨੇਸ਼ਨ ਹੀ ਹੁੰਦੀ, ਉਹ ਵੀ ਕਿਸ ਕਿਸਮ ਦੀ, ਆਟੋਗੈਮੀ ਦੀ। ਇਸੇ ਤਰੀਕੇ ਦੇ ਨਾਲ ਕ੍ਰੋਸ ਪੋਲੀਨੇਸ਼ਨ ਹੋ ਰਹੀ ਹੈ, ਠੀਕ ਹੈ। ਤਾਂ ਕਿਸ ਕਿਸਮ ਦੇ ਕਿਹੜੇ ਕਿਹੜੇ ਕਰੈਕਟਰਿਸਟਿਕਸ ਹੋਣ ਦੇ ਚਾਂਸ ਹੈਗੇ ਕ੍ਰੋਸ ਪੋਲੀਨੇਸ਼ਨ ਦੇ ਲਈ। ਹਰਕੋਗੈਮੀ, ਹਰਕੋਗੈਮੀ ਦਾ ਕੀ ਮਤਲਬ ਹੈਗਾ ਕਿ ਨਾ, ਮਤਲਬ ਕਿਉਂ ਜ਼ਰੂਰਤ ਪੈਂਦੀ ਬਾਹਰਲੇ ਪੋਲਨ ਗ੍ਰੇਨ ਦੀ। ਸੋ ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜਾ ਫੀਮੇਲ ਪਾਰਟ ਹੈ ਨਾ, ਸਟਿਗਮੈਟਿਕ, ਜਿਹੜਾ ਸਟਿਗਮੈਟਿਕ ਸਰਫੇਸ ਹੈਗਾ ਜਿਹੜਾ, ਹੈ ਨਾ, ਠੀਕ ਹੈ, ਫਲਾਵਰ ਦਾ ਜਿਹੜਾ ਸਟਿਗਮਾ ਪਾਰਟ ਹੈ ਫੀਮੇਲ ਦਾ, ਉਹਦੇ ਉੱਤੇ ਕਈ ਵਾਰੀ ਕੁਛ ਮਕੈਨੀਕਲ ਬੈਰੀਅਰਸ, ਕਈ ਵਾਰੀ ਕੁਛ ਰੁਕਾਵਟਾਂ ਪਈਆਂ ਹੁੰਦੀਆਂ ਸਟਿਗਮਾ ਦੇ ਉੱਤੇ, ਕਿ ਪੋਲਨ ਗ੍ਰੇਨ ਆ ਹੀ ਨਹੀਂ ਪਾਉਂਦੇ, ਇਸ ਕਰਕੇ ਬਾਹਰੋਂ ਦੀ ਲੈਣੇ ਪੈਂਦੇ ਆ। ਡਾਈਕੋਗੈਮੀ, ਨਾਮ ਤੋਂ ਪਤਾ ਲੱਗਦਾ ਪਿਆ, ਹੈ ਨਾ, ਡਾਈ ਮੀਨਸ ਟੂ। ਸੋ ਪੋਲਨ ਅਤੇ ਜਿਹੜੇ ਸਟਿਗਮਾ ਹੈਗੇ ਆ, ਮੇਲ ਪਾਰਟ ਅਤੇ ਫੀਮੇਲ ਪਾਰਟ ਅਲੱਗ-ਅਲੱਗ ਟਾਈਮ ਦੇ ਉੱਤੇ ਮੈਚੋਰ ਹੋ ਰਹੇ ਆ, ਤਾਂ ਫਿਰ ਕਿੱਦਾਂ ਹੋਊਗੀ ਸੈਲਫ ਪੋਲੀਨੇਸ਼ਨ। ਉਹ ਤਾਂ ਇਕੱਠੇ ਟਾਈਮ 'ਤੇ ਮੈਚੋਰ ਹੋਣਗੇ ਤਾਂ ਹੀ ਹੋਊਗੀ ਨਾ, ਅਲੱਗ-ਅਲੱਗ ਟਾਈਮ ਦੇ ਉੱਤੇ ਮੈਚੋਰ ਹੋ ਰਹੇ ਆ। ਸੋ ਇਹ ਵੀ 2 ਟਾਈਪਸ ਦੀਆਂ ਤਾਂ ਹੀ ਕਰਕੇ, ਪ੍ਰੋਟੋਗਾਈਨੀ, ਠੀਕ ਹੈ, ਅਤੇ ਪ੍ਰੋਟੈਂਡਰੀ। ਮੈਂ ਤੁਹਾਨੂੰ ਦੱਸਿਆ ਹੋਇਆ, ਗਾਇਨੀ ਵਰਡ ਫੀਮੇਲ ਵਾਸਤੇ ਆ। ਜੇਕਰ ਫੀਮੇਲ ਪਾਰਟ ਪਹਿਲਾਂ ਮੈਚੋਰ ਕਰ ਜਾਂਦਾ ਤਾਂ ਅਸੀਂ ਇਹਨੂੰ ਕੀ ਕਹਿੰਦੇ ਆ, ਪ੍ਰੋਟੋਗਾਈਨੀ। ਜੇਕਰ ਮੇਲ ਪਾਰਟ ਪਹਿਲਾਂ ਮੈਚੋਰ ਕਰ ਜਾਂਦਾ ਤਾਂ ਅਸੀਂ ਉਹਨੂੰ ਕਹਿੰਦੇ ਪ੍ਰੋਟੈਂਡਰੀ। ਤੀਸਰਾ ਤੁਹਾਡੇ ਕੋਲ ਆ ਗਿਆ ਸੈਲਫ ਇਨਕੰਪੈਟੀਬਿਲਿਟੀ, ਹੈ ਨਾ। ਕਈ ਵਾਰੀ ਕੀ ਹੋ ਜਾਂਦਾ ਕਿ ਸੇਮ ਫਲਾਵਰ ਦੇ ਅੰਦਰ ਵੀ ਜਾਂ ਡਿਫਰੈਂਟ ਫਲਾਵਰ ਦੇ ਅੰਦਰ ਵੀ ਪੋਲਨ ਗ੍ਰੇਨਸ ਅਤੇ ਫਲਾਵਰ ਇੱਕ ਦੂਸਰੇ ਦੇ ਨਾਲ ਸਟਿਗਮਾ ਮਿਲ ਜਾਂਦੇ ਆ, ਪਰ ਫਿਰ ਵੀ ਕੰਡੀਸ਼ਨਸ ਇੱਦਾਂ ਦੀਆਂ ਨਹੀਂ ਬਣ ਪਾਉਂਦੀਆਂ, ਹਾਲਾਤ ਇੱਦਾਂ ਦੇ ਨਹੀਂ ਬਣ ਪਾਉਂਦੇ ਉਹਨਾਂ ਦੀ ਆਪਸ ਦੇ ਵਿੱਚ। ਜਿੱਦਾਂ ਕਿ ਇਸ ਤਰ੍ਹਾਂ ਸਾਡੇ ਵਿੱਚ ਵੀ ਤਾਂ ਹੈ, ਜ਼ਰੂਰੀ ਥੋੜ੍ਹੀ ਹੈ ਕਿ ਹਸਬੈਂਡ ਵਾਈਫ ਦੀ ਬਾਣੀ ਜਾਣੀ ਹੈ, ਮੈਰਿਜ ਹੋ ਜਾਂਦੀ ਹੈ, ਪਰ ਨਹੀਂ ਬਣਦੀ, ਦੋਨੋਂ ਇੱਕ ਦੂਸਰੇ ਦੇ ਲਈ ਕੰਪੈਟੀਬਲ ਨਹੀਂ ਹੁੰਦੇ ਤਾਂ ਡਾਈਵੋਰਸ ਹੋ ਜਾਂਦੇ ਆ। ਇਸੇ ਤਰੀਕੇ ਦੇ ਨਾਲ ਇਹ ਵੀ ਸੈਲਫ ਪੋਲੀਨੇਸ਼ਨ ਕਈ ਵਾਰੀ ਨਹੀਂ ਕਰ ਪਾਉਂਦੇ। ਮੇਲ ਸਰਟਿਲਿਟੀ, ਹੈ ਨਾ, ਕਈ ਵਾਰੀ ਪੋਲਨ ਗ੍ਰੇਨਸ ਆ ਗਏ ਹੈ, ਠੀਕ ਹੈ ਨਾ, ਪਰ ਫਿਰ ਵੀ ਉਹ ਸੈਲਫ ਪੋਲੀਨੇਸ਼ਨ ਨਹੀਂ ਕਰ ਪਾ ਰਹੇ ਹੈ, ਠੀਕ ਹੈ। ਮੇਲ ਜਿਹੜਾ ਹੈਗਾ ਉਹ ਜਰਮੀਨੇਟ ਕਰ ਹੀ ਨਹੀਂ ਪਾ ਰਿਹਾ ਪੋਲਨ ਗ੍ਰੇਨ ਜਿਹੜਾ ਹੈਗਾ। ਡਾਇਓਸਿਜ਼ਮ, ਫਿਰ ਉਹੀ ਗੱਲ ਆ ਗਈ, ਡਾਇਓਸਿਜ਼ਮ ਮਤਲਬ ਕਿ ਜੇਕਰ ਫਲਾਵਰਸ ਜਿਹੜੇ ਹੈਗੇ ਆ, ਹੈ ਨਾ, ਪਰ ਉਹ ਮਤਲਬ ਕਿ ਹੈਗੇ ਆ ਯੂਨੀਸੈਕਸ਼ੂਅਲ, ਉਹ ਹੈ ਹੀ ਯੂਨੀਸੈਕਸ਼ੂਅਲ ਹੈ, ਤਾਂ ਫਿਰ ਕਿੱਦਾਂ ਇੱਕ ਫਲਾਵਰ ਦੇ ਅੰਦਰ ਹੀ ਸੈਲਫ ਪੋਲੀਨੇਸ਼ਨ ਹੋ ਸਕਦੀ ਹੈ। ਮੇਲ ਫਲਾਵਰ ਕਿਤੇ ਹੋਰ ਪਲਾਂਟ ਦੇ ਉੱਤੇ ਲੱਗਾ ਹੋਇਆ, ਫੀਮੇਲ ਫਲਾਵਰ ਕਿਤੇ ਹੋਰ ਪਲਾਂਟ 'ਤੇ ਲੱਗੇ, ਜਿਵੇਂ ਪਪਾਇਆ, ਪਪੀਤਾ, ਅਸੀਂ ਕਹਿੰਦੇ ਨਾ ਪਪੀਤੀ ਉੱਗੀ ਹੈ, ਠੀਕ ਹੈ। ਸੋ ਪਪੀਤੇ ਦੇ ਵਿੱਚ ਮੇਲ ਪਲਾਂਟ ਅਲੱਗ ਹੈ ਅਤੇ ਫੀਮੇਲ ਪਲਾਂਟ ਅਲੱਗ ਹੈ, ਤਾਂ ਸੈਲਫ ਪੋਲੀਨੇਸ਼ਨ ਦੇ ਚਾਂਸਿਸ ਹੀ ਨਹੀਂ ਗਏ। ਅਤੇ ਲਾਸਟ ਤੁਹਾਡੇ ਕੋਲ ਆ ਗਿਆ ਹੈਟਰੋਸਟਾਈਲੀ। ਇਹਦੇ 'ਚ ਕੀ ਆ ਕਿ ਬੱਚੇ, ਕਿ ਜਿਹੜੇ ਫਲਾਵਰਸ ਹੁੰਦੇ ਆ ਨਾ, ਉਹਨਾਂ ਦੇ ਕੋਲ ਸਟੇਮਨ ਅਤੇ ਸਟਾਈਲ ਅਲੱਗ-ਅਲੱਗ ਲੈਂਥ ਵਾਲੇ ਹੁੰਦੇ ਹੈ, ਸਮਝਦੇ ਹੋ, ਦੋਨਾਂ ਦੀ ਲੈਂਥ ਹੀ ਸੇਮ ਨਹੀਂ ਹੁੰਦੀ ਹੈਗੀ, ਇਸ ਕਰਕੇ ਕੀ ਹੈ, ਸੈਲਫ ਪੋਲੀਨੇਸ਼ਨ ਪੋਸੀਬਲ ਹੀ ਨਹੀਂ ਹੈ, ਠੀਕ ਹੈ ਜੀ। ਸੋ ਇੱਥੇ ਤੱਕ ਤੁਸੀਂ ਸੁਣਨਾ ਪਹਿਲਾਂ।